इस तरह ਦੀਆਂ ਧਾਰਮਿਕ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸਾਧ ਸੰਗਤ ਜੀ, ਮੈਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਜਦੋਂ ਪੁੱਛਿਆ ਸੀ 1974 ਚ ਇਕੱਠੇ ਹੋਏ ਸੀ, ਮਹਾਂਪੁਰਖ ਮੈਨੂੰ ਦਸੰਬਰ ਚ ਮਿਲੇ। ਨਾਰੰਗਵਾਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਪਿੰਡ ਹੈ, ਉੱਥੇ ਜਥਾ ਗਿਆ ਸੀ ਸੰਤ ਕਰਤਾਰ ਸਿੰਘ ਜੀ ਖਾਲਸਾ ਵੇਲੇ। ਉਦੋਂ ਮਹਾਂਪੁਰਖਾਂ ਨੂੰ ਮਿਲਿਆ। ਹੌਲੀ ਹੌਲੀ ਸਿੰਘਾਂ ਤੋਂ ਪਤਾ ਲੱਗੇ ਵੀ ਇਹ ਸਿੰਘ ਇੰਨੇ ਪਾਠ ਕਰਦਾ। ਮੈਨੂੰ ਵੀ ਚਾਅ ਜਿਹਾ ਹੋਇਆ। ਇਹ 5 ਗ੍ਰੰਥੀ ਦਾ ਨਿਤਨੇਮੀ ਹੈ। ਇਹ ਮਹੀਨੇ ਬਾਅਦ ਭੋਗ ਵੀ ਸਿੰਘ ਪਾਉਂਦਾ ਹੈ। 151 ਜਪਜੀ ਸਾਹਿਬ ਵੀ ਰੋਜ਼ ਕਰਦਾ ਹੈ। ਮੈਨੂੰ ਇਹ ਸ਼ੌਂਕ ਸੀ ਸ਼ੁਰੂ ਤੋਂ, ਬੰਦਗੀ ਕਰਾਂਗੇ। ਮੈਂ ਇੱਕ ਦਿਨ ਬੈਠਿਆਂ ਕਾਫੀ ਦੋਸਤੀ ਗੂੜੀ ਹੋ ਗਈ। ਮੈਂ ਕਿਹਾ ਜੀ ਇਹ ਇੰਨੇ ਪਾਠ ਤੁਸੀਂ ਕਿਵੇਂ ਕਰ ਲੈਂਦੇ ਹੋ? ਕਹਿੰਦੇ ਐਂ ਗੱਲ ਹੋਈ ਸੀ, ਮੈਂ ਸਕੂਲ ਪੜ੍ਹਦਾ ਸੀ ਤੀਸਰੀ ਕਲਾਸ ਵਿੱਚ। ਪਹਿਲਾਂ ਬੱਚਾ ਪਹਿਲੀ ਕਲਾਸ ਵਿੱਚ 5 ਸਾਲਾਂ ਦਾ ਪਾਉਂਦੇ ਸੀ, 5 ਤੋਂ 8 ਸਾਲ ਦੀ ਉਮਰ ਸੀ ਉਦੋਂ। ਕਹਿੰਦੇ ਮੈਂ ਸਕੂਲੋਂ ਆ ਕੇ ਦੁਪਹਿਰੇ ਲੰਮਾ ਪੈ ਗਿਆ ਮੰਜੇ ਤੇ। ਕਹਿੰਦੇ ਬਾਬਾ ਜੀ ਪਿਤਾ ਜੀ ਸਾਡੇ ਆਏ, ਬਾਬਾ ਜੋਗਿੰਦਰ ਸਿੰਘ ਜੀ, ਚੰਗੀਆ ਆ ਲੰਮਾ ਪਿਆ ਰਹਿਣਾ, 5 ਜਪਜੀ ਸਾਹਿਬ ਹੀ ਕਰ ਲਿਆ ਕਰ। ਉਦੋਂ ਨਿਆਣੇ ਨਾ ਆਗਿਆਕਾਰੀ ਬਹੁਤ ਹੁੰਦੇ ਸੀ, ਪਿਓ ਤੋਂ ਬਹੁਤ ਡਰਦੇ ਹੁੰਦੇ ਸੀ। ਹੁਣ ਤਾਂ ਆਪਾਂ ਮਹਾਰਾਜ ਤੋਂ ਵੀ ਨਹੀਂ ਡਰਦੇ। ਹੁਣ ਤਾਂ ਲੋਕ 10ਵੇਂ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਕਰਦੇ। ਇਹ ਪਿਓ ਦੇ ਤਾਂ ਹੈ ਹੀ ਨਹੀਂ। ਇਹ ਤਾਂ ਪਿਓ ਦਾ ਹੋਊ ਤਾਂ ਡਰੂਗਾ। ਤਾਂ ਉਸ ਵਕਤ ਸਾਧ ਸੰਗਤ ਜੀ ਕਹਿੰਦੇ ਮੈਂ ਉੱਠਿਆ, ਪੋਥੀ ਲਈ, 5 ਜਪਜੀ ਸਾਹਿਬ ਪੜ੍ਹ ਲਏ। ਇਹ ਪਿਛਲੇ ਜਨਮਾਂ ਦੀ ਉਹਨਾਂ ਦੀ ਕਮਾਈ ਸੀ, ਪਿਛਲੇ ਯੁੱਗਾਂ ਤੋਂ। ਸਾਰੀਆਂ ਗੱਲਾਂ ਫਿਰ ਦੱਸਣੀਆਂ ਨੂੰ ਹਜਮ ਨਹੀਂ ਹੋਣੀਆਂ। ਇਹ ਕਿਤੇ ਅੱਜ ਦੇ ਨਹੀਂ ਹੁੰਦੇ। ਜਿਹੜਾ ਇੱਕ ਮਹਾਂਪੁਰਖ ਬਣਦਾ ਉਹ ਕਈ ਚਿਰਾਂ ਦਾ ਹੁੰਦਾ। ਬਹੁਤ ਕਰੜੀ ਕਮਾਈ ਸੀ, ਘਾਲ ਕਮਾਈ। ਉਹਨਾਂ ਵਿੱਚੋਂ ਸੀ ਉਹ ਮਹਾਂਪੁਰਖ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਮੈਂ 5 ਪਾਠ ਕੀਤੇ। ਫਿਰ ਸੋਚਿਆ ਵਿਹਲੇ ਵੀ ਬੈਠੇ ਕੱਲ 5 ਹੋਰ ਕਰ ਲੈਂਦੇ ਆ। ਕਹਿੰਦੇ ਮੈਂ 5 ਹੋਰ ਕਰ ਲਏ। ਕਹਿੰਦੇ ਹੌਲੀ ਹੌਲੀ ਮੈਂ 15, 20, 25 ਕਰਦਾ ਕਰ। ਸਕੂਲ ਤੁਰ ਕੇ ਜਾਂਦੇ ਹੁੰਦੇ, ਕਹਿੰਦੇ ਰਸਤੇ 'ਚ ਕਰ ਲੈਣੇ 5। ਫਿਰ ਕੰਠ ਕਰ ਲਿਆ ਪਾਠ। ਕਹਿੰਦੇ ਹੌਲੀ ਹੌਲੀ ਇਹ ਮੇਰਾ ਇੱਕਦਮ ਨਹੀਂ ਵਾਧਾ ਹੋਇਆ। ਮੈਂ ਹੌਲੀ ਹੌਲੀ 5 ਤੋਂ ਚੱਲ ਕੇ ਹੌਲੀ ਹੌਲੀ ਤਾਂ ਜਾ ਕੇ 150 ਤੇ ਆਇਆ। ਮੈਨੂੰ ਦੇਸੀ ਜੀ ਉਦਾਹਰਣ ਦਿੱਤੀ। ਕਹਿੰਦੇ ਸਾਡੇ ਪਿੰਡ ਦਾ ਇੱਕ ਮੁੰਡਾ ਭਲਵਾਨੀ ਕਰਦਾ ਹੁੰਦਾ ਸੀ। ਕਹਿੰਦੇ 14-15 ਸਾਲ ਦਾ ਡੰਡ ਬੈਠਕਾਂ ਮਾਰਿਆ। ਕਹਿੰਦੇ ਉਹਨਾਂ ਦੇ ਘਰ ਨਾ ਮੱਝ ਸੂਪੀ। ਮੱਝ ਨੇ ਦਿੱਤਾ ਕੱਟਾ। ਇਹ ਪਿੰਡਾਂ ਦੀ ਗੱਲ ਸੁਣਾਉਂਦੇ ਸੀ ਮੈਨੂੰ ਉਹ। ਕਹਿੰਦੇ ਉਹਨੇ ਕੱਟਾ ਚੁੱਕਿਆ ਤੇ ਬਾਲਾ ਕੱਢਤਾ ਉਹਦਾ। ਕਹਿੰਦਾ ਰੋਜ਼ ਹੀ ਬਾਲਾ ਕੱਢਦਿਆ ਕਰੇ ਕੱਟੇ ਦਾ। ਕਹਿੰਦੇ ਕੱਟਾ ਹੁਣ ਵੱਡਾ ਹੁੰਦਾ ਗਿਆ। ਕਹਿੰਦੇ ਉਹ ਕੱਟਾ ਝੋਟਾ ਬਣ ਗਿਆ, ਤਾਂ ਵੀ ਉਹ ਝੋਟੇ ਨੂੰ ਚੁੱਕਦਿਆ ਕਰੇ, ਕਿਉਂਕਿ ਉਹ ਬਚਪਨ ਤੋਂ ਲੈ ਕੇ ਉਹ ਪ੍ਰੈਕਟਿਸ ਕਰ ਰਿਹਾ ਸੀ। ਮਹਾਂਪੁਰਖ ਕਹਿੰਦੇ ਮੈਂ ਤੀਸਰੀ ਕਲਾਸ ਵਿੱਚ ਸੀ ਉਦੋਂ, ਜਦੋਂ ਮੈਂ 8 ਸਾਲ ਦੀ ਉਮਰ ਸੀ। ਤੇ ਅੱਜ ਮੇਰੀ ਉਮਰ ਦੇਖ ਲੈ ਕਿੰਨੀ ਹੋ ਗਈ। ਮੈਂ ਪੁੱਛਿਆ ਸੀ ਇੱਕ ਵਾਰ, ਮੈਂ ਕਿਹਾ ਤੁਹਾਡਾ ਜਨਮ ਕਦੋਂ ਹੋਇਆ ਇਹ ਤਾਂ ਦੱਸ ਦਿਓ। ਪਿੰਡਾਂ ਦੀਆਂ ਗੱਲਾਂ ਹਾਸੇ ਵਾਲੀਆਂ। ਕਹਿੰਦੇ ਮੈਂ ਬੇਬੇ ਨੂੰ ਪੁੱਛਿਆ ਸੀ ਮੇਰਾ ਜਨਮ ਕਦੋਂ। ਬੇਬੇ ਕਹਿੰਦੀ ਹੱਲਿਆਂ ਵੇਲੇ ਗੋਦੀ ਸੀ ਤੂੰ। ਮੈਂ ਕਿਹਾ ਇਹ ਕੋਈ ਤਰੀਕ ਹੈ? ਹੱਲਿਆਂ ਵੇਲੇ ਗੋਦੀ ਕੀ ਹੋਈ? 47 ਚ ਗੋਦੀ ਸੀ। ਉਹ ਤਾਂ ਫੇਰ ਬਾਅਦ ਚ ਖੋਜ ਹੋਈ ਵੀ ਇਹ ਤਾਂ 1946 12 ਫਰਵਰੀ ਨੂੰ ਉਹਨਾਂ ਦਾ ਜਨਮ ਹੋਇਆ। ਸੋ ਇਸ ਕਰਕੇ ਉਹ ਕਹਿੰਦੇ ਮੈਂ ਅੱਜ ਇੰਨੀ ਉਮਰ ਚ ਜਾ ਕੇ ਹੁਣ ਇਹ ਹੌਲੀ ਹੌਲੀ ਵਧਾਉਂਦਾ ਇੱਥੇ ਆ ਗਿਆ। ਦੇ ਨਹੀਂ ਬੜਾ ਚੀਜ਼ਾਂ ਪੁੱਛਦੇ ਰਹਿਣਾ, ਕਿਉਂ ਇਕੱਲੇ ਬੈਠੇ ਹੋਣਾ, ਪੁੱਛੀ ਜਾਣਾ। ਕਹਿੰਦੇ ਮੈਂ ਪਿੰਡ 22 ਘੰਟੇ ਖੇਤਾਂ 'ਚ ਕੰਮ ਕੀਤਾ, ਨਾਲ 151 ਪਾਠ ਕਰਦਾ ਸੀ। ਮੈਂ ਕਿਹਾ ਥੱਕਦੇ ਨਹੀਂ ਸੀ? 22 ਘੰਟੇ ਕਹੀ ਦਾ ਕੰਮ ਕਰਨਾ ਤਾਂ ਬੜਾ ਔਖਾ। ਫਿਰ ਮੈਨੂੰ ਹੱਸ ਕੇ ਕਹਿਣਾ ਉਹ ਕਰਾਉਣ ਵਾਲੇ ਵੀ ਆ ਜਾਂਦੇ ਸੀ, ਉਹ ਕਰਾਈ ਵੀ ਜਾਂਦੇ ਹੁੰਦੇ ਸੀ ਨਾਲ। ਮੈਂ ਕਿਹਾ ਉਹ ਕੌਣ? ਕਹਿੰਦੇ ਫੌਜਾਂ, ਸ਼ਹੀਦ ਸਿੰਘ ਨਾਲ ਕੰਮ ਕਰਾਈ ਜਾਂਦੇ ਹੁੰਦੇ ਸੀ। ਸਾਧ ਸੰਗਤ ਜੀ ਤੁਸੀਂ ਇੰਨੇ ਪਾਠ ਕਰ ਲਓ, ਤੁਹਾਡੇ ਕੋਲ ਆ ਜਾਣਗੇ। ਹੱਥ ਖੜੇ ਤਾਂ ਮਸਾਂ ਹੀ ਜਪਜੀ ਸਾਹਿਬ, ਇੱਕ ਜਪਜੀ ਸਾਹਿਬ ਤੇ ਮਸਾਂ ਰੋ ਕੇ ਹੱਥ ਖੜਾ ਕੀਤਾ। ਇਹ ਇੱਕ ਕਰੋਗੇ ਇੱਕ ਜਿੰਨੀ ਪਾਵਰ ਆਊਗੀ, 5 ਕਰੋਗੇ। ਚਲੋ ਅੱਜ ਆਪਾਂ ਇੱਕ ਕੰਮ ਕਰਦੇ ਹਾਂ, ਬੇਨਤੀ ਪ੍ਰਵਾਨ ਕਰ ਲਓ। 5 ਜਪਜੀ ਸਾਹਿਬ ਹੁਣ ਜਿੰਨੇ ਜਣੇ ਆਏ ਹੋ ਨਾ ਤੁਸੀਂ,
रोज 5 जपजी साहब सारे ने करने हैं, मंजूर तो जकारा छड़ दो फिर। सत श्री अकाल। साध संगत जी औखे नहीं है, जे असीं मन बना लो ना। ये एक चीज हुंदी है, एकांत विच बड़े सोहणे हुंदे, रात नूं बैठ जाओ, दिने नहीं हुंदे। दिने तो फोन आ गया, बैल मारती, आ काम हो गया, कोई मिलना आ गया, ਐਨ ਰਾਤ ਨੂੰ ਟਿਕਵੀਂ ਰਾਤ ਵਿੱਚ 25 ਜਪਜੀ ਸਾਹਿਬ 2 ਘੰਟੇ 'ਚ ਹੋ ਜਾਂਦੇ। ਚਲ ਤੁਹਾਡੇ 3 'ਚ ਹੋ ਜਾਣਗੇ, ਤੇ 5 ਪਾਠਾਂ ਨੂੰ ਕਿਹੜਾ ਟਾਈਮ ਲੱਗਦਾ? 5 ਪਾਠ ਆਰਾਮ ਨਾਲ ਬੋਲ ਕੇ 1 ਘੰਟੇ 'ਚ, ਸਵਾ ਘੰਟੇ 'ਚ 5 ਪਾਠ। ਇਹ ਨਹੀਂ ਤੁਹਾਨੂੰ ਲੋਕ ਕਰਨਗੇ, ਜੇ 10 ਕੁ ਦਿਨਾਂ ਨੂੰ ਮਿਲ ਪਿਆ ਤੁਹਾਡੇ 'ਚ ਕੋਈ, ਉਹ ਗੱਲ ਜੀ ਨਹੀਂ ਬਣੀ। ਉਹ ਨਹੀਂ, ਗੱਲ ਨਹੀਂ ਬਣਨੀ ਇਦਾਂ। ਪਿੰਡਾਂ ਵਾਲਿਆਂ ਨੂੰ ਮੈਂ ਸਮਝਾਉਣਾ ਹੁੰਦਾ, ਆ ਕਣਕ ਹੁਣ ਇੰਨੀ ਇੰਨੀ ਦਿਖਦੀ ਆ ਨਾ ਤੁਹਾਨੂੰ, ਇਹ ਕਦੋਂ ਬੀਜੀ ਸੀ? ਕਹਿੰਦੇ ਇਹਨੂੰ ਤਾਂ ਇੰਨੇ ਮਹੀਨੇ ਹੋ ਗਏ। ਕਣਕ ਨੂੰ ਬੀਜਣ ਤੋਂ ਤੀਜੇ ਚੌਥੇ ਦਿਨ ਨੂੰ ਮਾੜੀ ਜੀ ਦਿਖਦੀ ਹੁੰਦੀ ਹੈ, ਤੇ 6 ਮਹੀਨਿਆਂ ਬਾਅਦ ਉਹ ਪੱਕ ਕੇ ਫਸਲ ਸਾਹਮਣੇ ਆਉਂਦੀ ਹੈ। ਤੁਸੀਂ ਜਪਜੀ ਸਾਹਿਬ ਦੇ 5 ਪਾਠ 6 ਮਹੀਨੇ ਤੱਕ ਕਰੋ। ਵੱਡਾ ਬਜਟ ਪਹਿਲਾਂ ਹੀ ਰੱਖੋ। ਜਿਨ੍ਹਾਂ ਨੇ, ਇੱਕ ਬੰਦਾ ਕੱਲ ਮੈਨੂੰ ਫੋਨ ਕਰਕੇ ਕਹਿੰਦਾ, ਇਹ ਜੀ ਬ੍ਰਹਮ ਗਿਆਨ ਜੇ ਲੈਣਾ ਹੋਵੇ, ਮੈਂ ਕਿਹਾ ਬਾਬਾ ਬਸ ਕਰ, ਛੋਟਾ ਮੂੰਹ ਬੜੀ ਬਾਤ, ਤੂੰ ਬ੍ਰਹਮ ਗਿਆਨ ਬਸ ਕਰ ਹੁਣ। ਮੈਂ ਕਿਹਾ ਬ੍ਰਹਮ ਗਿਆਨੀ ਦੀ ਧੂੜ ਮਿਲ ਜੇ ਨਾ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ, ਮੈਂ ਤਾਂ ਇੰਨੇ ਨੂੰ ਹੀ ਬੜੇ ਵੱਡੇ ਭਾਗ ਸਮਝਦਾ। ਸਾਧ ਸੰਗਤ, ਬ੍ਰਹਮ ਗਿਆਨੀ ਬਣਨਾ, ਲੋਕੀ ਹਰੇਕ ਨੂੰ ਹੀ ਲਿਖ ਦਿੰਦੇ ਆ, ਇਹ ਬ੍ਰਹਮ ਪੂਰਨ, ਅੱਜ ਹੋਰ ਅੱਖਰ ਲਾ, ਪੂਰਨ ਬ੍ਰਹਮ ਗਿਆਨੀ। ਜਿਹੜਾ ਲਿਖਣ ਵਾਲਾ ਉਹਨੂੰ ਪੁੱਛੇ ਵੀ ਇਹ ਪੂਰਨ ਬ੍ਰਹਮ ਗਿਆਨੀ ਤੈਨੂੰ ਕਿਵੇਂ ਪਤਾ ਲੱਗਿਆ? ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ। ਇਹ ਤਾਂ ਬ੍ਰਹਮ ਗਿਆਨੀ ਨੂੰ ਹੀ ਪਤਾ ਕਿ ਇਹ ਬ੍ਰਹਮ ਗਿਆਨੀ ਹੈ, ਦੂਜਾ ਤਾਂ ਪਛਾਣ ਹੀ ਨਹੀਂ ਸਕਦਾ ਕਿ ਇਹ ਬ੍ਰਹਮ ਗਿਆਨੀ ਹੈ। ਮੈਂ ਹੰਸਾਲੀ ਵਾਲੇ ਮਹਾਂਪੁਰਖ ਸੱਚਖੰਡ ਵਾਸੀ, ਉਹਨਾਂ ਦੀ ਸੰਗਤ ਬੜੇ ਸਾਲ ਕੀਤੀ। 1987 ਤੋਂ ਲੈ ਕੇ ਮੈਂ ਉਹਨਾਂ ਕੋਲ ਜਾ ਰਿਹਾ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ 9 ਸਾਲ ਸੰਗਤ ਕੀਤੀ ਹੈ। ਬਾਬਾ ਜੀ ਕੋਲ ਜਦੋਂ ਮੈਂ ਪਹਿਲੇ ਦਿਨ ਗਿਆ ਹੰਸਾਲੀ, ਮੈਂ ਜਾ ਕੇ, ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮਹਾਂਪੁਰਖਾਂ ਕੋਲ ਜਾਈਏ ਤਾਂ ਤੁਰ ਕੇ ਜਾਈਏ ਥੋੜਾ ਜਿਹਾ। ਪਟਿਆਲਿਓਂ ਮੈਂ ਇੱਕ ਦਸਤਾਰ ਲਈ, F74 ਮਲਮਲ ਬੰਨ੍ਹਦੇ ਸੀ ਉਹ, 5 ਕਿਲੋਮੀਟਰ ਮੈਂ ਤੁਰ ਕੇ ਗਿਆ। ਫਿਰ ਗੱਡੀ 'ਚ ਬੈਠੇ, ਫਿਰ ਹੰਸਾਲੀ ਤੋਂ 1 ਕਿਲੋਮੀਟਰ ਉਤਰ ਕੇ ਫਿਰ ਤੁਰ ਕੇ ਗਏ। ਮੇਰੇ ਜਾਂਦਿਆਂ ਨੂੰ ਬਾਬਾ ਜੀ ਨੇ ਕਿਤੇ ਜਾਣਾ ਸੀ, ਤਿਆਰ ਬੈਠੇ ਸੀ ਸੋਟਾ ਲੈ ਕੇ, ਦੇਖੀ ਜਾਣ ਬਾਰ-ਬਾਰ। ਸਿੰਘਾਂ ਨੇ ਦੱਸਿਆ ਬਾਅਦ 'ਚ, ਕਹਿੰਦੇ ਕਾਫੀ ਦੇਰ ਦੇ ਤਿਆਰ ਹੋ ਕੇ ਬੈਠੇ, ਦੇਖੀ ਜਾਂਦੇ ਆ ਵੀ ਜਿਵੇਂ ਕਿਸੇ ਦੀ ਉਡੀਕ ਕਰ ਰਹੇ ਹੁੰਦੇ ਆ। ਮੈਂ ਗਿਆ, ਕਹਿੰਦੇ ਆ ਗਏ ਭਾਈ? ਮੈਂ ਕਿਹਾ ਹਾਂ ਜੀ। ਦਸਤਾਰ ਮੇਰੀ ਫੜੀ ਤੇ ਆਪਣੀ ਉਹ ਲਾ ਕੇ ਰੱਖਤੀ, ਉਹ ਬੰਨ ਲਈ ਮੇਰੀ। ਮਹਾਂਪੁਰਖ ਬ੍ਰਹਮ ਗਿਆਨੀ ਕੋਲ ਜਾਣਾ। ਮੈਂ ਦੁਬਾਰਾ, ਅਸੀਂ ਫੇਰ ਜਦੋਂ ਗਏ, ਮੈਂ ਕਿਹਾ ਵੀ ਅੱਜ ਪਰਖ ਲੈਣੀ ਹੈ ਵੀ ਜੇ ਇਹ ਅੰਤਰਜਾਮੀ ਨੇ ਤਾਂ ਮੇਰੇ ਦਿਲ ਦੀ ਗੱਲ ਦੱਸਣ। ਅਸੀਂ 5-4 ਜਾਣੇ ਸੀ। ਮਹਾਂਪੁਰਖ ਕੇਸੀ ਇਸ਼ਨਾਨ ਕਰਕੇ, ਵੱਡਾ ਸਰਾਣਾ ਲਾ ਕੇ ਪਲੰਘ ਤੇ ਬੈਠੇ, ਅੱਖਾਂ ਬੰਦ ਨੇ, ਚਿਹਰਾ ਪਰੇ ਨੂੰ ਹੈ। ਪਟਿਆਲੇ ਦੀ 3-4 ਸੰਗਤ ਮੇਰੇ ਨਾਲ। ਕਹਿੰਦੇ ਭਾਈ ਬਲੂ ਸਟਾਰ 'ਚ ਕੌਣ ਰਿਹਾ ਤੁਹਾਡੇ 'ਚੋਂ? ਮੈਂ ਖੜਾ ਹੋ ਗਿਆ, ਮੈਂ ਜੀ ਮੈਂ ਰਿਹਾ। ਕਹਿੰਦੇ ਸੰਤਾਂ ਬਾਰੇ ਕੀ ਖਿਆਲ ਹੈ? ਮੈਂ ਜੀ ਤਾਂ ਤੁਹਾਨੂੰ ਹੀ ਪਤਾ। ਕਹਿੰਦੇ ਉਹਨਾਂ ਦੀ ਅਵਸਥਾ ਕਿੰਨੀ ਕੁ ਵੱਡੀ ਸੀ? ਮੈਂ ਮਹਾਰਾਜ ਅਸੀਂ ਕੀ ਜਾਣੀਏ, ਇਸ ਤਾਂ ਅਣਜਾਣ ਬੱਚੇ ਆ। ਇੱਕ ਗੱਲ ਯਾਦ ਰੱਖੋ, ਜੇ ਕੋਈ ਪੂਰਨ ਪੁਰਖ ਮਿਲ ਜੇ ਨਾ, ਉੱਥੇ ਦਮਗਜੇ ਨਹੀਂ ਮਾਰੀ ਤੇ ਹਾਂਜੀ ਮੈਨੂੰ ਪਤਾ ਜੀ ਕਦੇ ਨਹੀਂ ਕਹੀਦਾ। ਉੱਥੇ ਹਮੇਸ਼ਾ ਉਹਨਾਂ ਨੂੰ ਕਹੀਦਾ ਮਹਾਰਾਜ ਸਾਡੀ ਤਾਂ ਬੁੱਧੀ ਥੋੜੀ ਹੈ ਜੀ, ਸਾਨੂੰ ਤਾਂ ਪਤਾ ਨਹੀਂ। ਪਤਾ ਤੇ ਮੈਨੂੰ ਸੀਗਾ ਅਵਸਥਾ ਦਾ। ਮੈਨੂੰ ਕਹਿੰਦੇ 7ਵੀਂ ਭੂਮਿਕਾ ਦੇ ਮਾਲਕ ਸੀਗੇ ਉਹ, 7ਵੀਂ ਭੂਮਿਕਾ ਦੇ ਮਾਲਕ ਸੀ ਮਹਾਂਪੁਰਖ। ਕਹਿੰਦੇ ਪਰ ਦੁਨੀਆ ਨੇ ਭਾਈ ਪਛਾਣੇ ਨਹੀਂ ਉਹ। ਮੈਂ ਕਿਹਾ ਇਹ ਤਾਂ ਹਾਂ ਮਹਾਰਾਜ, ਇਹ ਤਾਂ ਗੱਲ ਠੀਕ ਹੈ। 7 ਭੂਮਿਕਾ ਹੁੰਦੀਆਂ ਬ੍ਰਹਮ ਗਿਆਨ ਦੀਆਂ। ਸੁਭ ਇੱਛਾ, ਸੁਭ ਵਿਚਾਰਨਾ, ਤਨੂ ਮਾਨਸਾ, ਸਤਵਾ ਪਦ, ਅੰਸ਼ ਸਖਤ ਪਦਾਰਥਾ ਭਾਵਨੀ। ਅੱਗੇ ਆਉਂਦੀ ਹੈ 7ਵਾਂ ਪਦ ਕਿਹੜਾ ਹੁੰਦਾ? ਤੁਰੀਆ ਅਵਸਥਾ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਪਿੱਛੇ ਜੇ ਇੱਕ ਮਹਾਂਪੁਰਖਾਂ ਦੇ ਜੋੜ ਮੇਲੇ ਤੇ ਗਏ, ਉਹ ਕਹਿੰਦੇ ਥੋੜੀ ਜਿਹੀ ਕਥਾ ਹਾਈ ਲੈਵਲ ਤੇ ਸੁਣਾ ਦਿਓ। ਮੈਂ ਕਿਹਾ ਜੀ 7 ਵਚਨ ਸੰਗਤ ਤੁਹਾਡੀ ਕੈਚ ਕਰ ਲੂ ਇਹਨਾਂ ਚੀਜ਼ਾਂ ਨੂੰ। ਮੈਂ 7 ਭੂਮਿਕਾ ਬ੍ਰਹਮ ਗਿਆਨ ਦੀਆਂ ਸੁਣਾਈਆਂ, 2 ਦਿਨ ਲੱਗੇ, ਸੁੰਨ ਹੋ ਗਏ ਸਾਰੇ।
ਕਿਆ ਬਾਤ ਹੈ। ਕਹਿੰਦੇ ਅਸੀਂ ਕਦੇ ਸੁਣੀਏ ਹੀ ਨਹੀਂ ਬ੍ਰਹਮ ਗਿਆਨ ਹੁੰਦਾ ਕੀ। ਇਸ ਕਰਕੇ ਉਹ 7ਵੀਂ ਭੂਮਿਕਾ ਦਾ ਮਾਲਕ ਜਦੋਂ ਹਜੂਰ ਸਾਹਿਬ 1974 ਚ ਪਹਿਲੀ ਵਾਰ ਸਾਧ ਸੰਗਤ 75 ਦੀ ਗੱਲ ਹੈ ਜਦ ਦਰਸ਼ਨ ਹੋਏ ਮਹਾਂਪੁਰਖਾਂ ਨੂੰ, ਮਾਤਾ ਸਾਹਿਬ ਕੌਰ ਜੀ ਦੀ ਆ ਫੋਟੋ ਉਹਨਾਂ ਤੋਂ ਹੀ ਪੁੱਛ ਕੇ ਬਣਾਈ ਸੀ ਮੈਂ। ਕਲਗੀਧਰ ਮਹਾਰਾਜ ਨਾਲ ਬਚਨ ਵੀ ਹੋਏ ਸੀ। ਸਾਨੂੰ ਨਹੀਂ ਰਾਤ ਨੂੰ ਪਤਾ ਲੱਗੇ ਤਾਂ ਸੌਂ ਗਏ ਸੀ। ਸਵੇਰੇ ਮੈਂ 3 ਮਹੀਨਿਆਂ ਬਾਅਦ ਮੈਨੂੰ ਦੱਸਿਆ ਵੀ ਦਰਸ਼ਨ ਹੋਏ ਸੀ। ਮੈਂ ਕਿਹਾ ਤੁਸੀਂ ਕੀ ਮੰਗਿਆ ਮਹਾਰਾਜ ਤੋਂ? ਕਹਿੰਦੇ ਮੈਂ ਤੁਹਾਨੂੰ ਕਿਸੇ ਨੂੰ ਦਰਸ਼ਨ ਹੋਣਗੇ ਨਾ, ਤੁਸੀਂ ਦੁਨਿਆਵੀ ਲੋਕ ਹੋ, ਤੁਸੀਂ ਗ੍ਰਸਤੀ ਹੋ, ਤੁਸੀਂ ਮਹਾਰਾਜ ਤੋਂ ਦੁਨਿਆਵੀ ਉਹ ਗੱਲਾਂ ਮੰਗੋਗੇ। ਮਹਾਰਾਜ ਪੈਸਿਆਂ ਦਾ ਬੜਾ ਔਖਾ, ਤੁਹਾਡਾ ਪਹਿਲਾ ਹੀ ਪ੍ਰਸ਼ਨ ਇਹ ਹੋਣਾ। ਨਿਆਣੇ ਨਹੀਂ ਆਖੇ ਲੱਗਦੇ, ਹੁੰਦਾ ਨਹੀਂ ਹੁੰਦਾ। ਸੰਤਾਂ ਨੇ ਕੀ ਮੰਗਿਆ? ਸੰਤ ਜਰਨੈਲ ਸਿੰਘ ਨੇ ਕੀ ਮੰਗਿਆ 10ਵੇਂ ਪਾਤਸ਼ਾਹ ਤੋਂ? ਕਹਿੰਦੇ ਮਹਾਰਾਜ ਨੂੰ ਕਹਿਣ ਲੱਗੇ ਮੈਨੂੰ ਅਬਿਨਾਸੀ ਦਰਸ਼ਨਾਂ ਦੀ ਦਾਤ ਬਖਸ਼ੋ। ਅਸੀਂ ਵੀ ਹੁਣ ਮਾੜੇ ਮੋਟੇ ਪੜ੍ਹਦੇ ਸੀ, ਕਥਾ ਸਿੱਖਦੇ ਸੀ। ਮੈਂ ਕਿਹਾ ਉਦੋਂ ਅਸੀਂ ਏਦਾਂ ਹੀ ਬੋਲ ਲੈਂਦੇ ਸੀ। ਮੈਂ ਕਿਹਾ ਯਾਰ ਇਹ ਪਹਿਲੀ ਵਾਰ ਸੁਣਿਆ ਅਬਿਨਾਸੀ ਦਰਸ਼ਨ ਕੀ ਹੁੰਦੇ ਆ। ਕਹਿੰਦੇ ਜਰਰੇ ਜਰਰੇ ਚ ਉਹਦਾ ਪ੍ਰਕਾਸ਼ ਦਿਖਣਾ ਮੰਗਿਆ ਮੈਂ। ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਮੰਗਿਆ ਮੈਂ ਕਿਹਾ ਬੜੀ ਵੱਡੀ ਚੀਜ਼ ਮੰਗੀ, ਪਹਿਲੀ ਵਾਰ ਸੁਣਿਆ ਅਬਿਨਾਸੀ ਦਰਸ਼ਨ। ਨਾਸ ਨਹੀਂ ਹੁੰਦੇ ਜਿਹੜੇ। 1980 ਚ ਤੁਸੀਂ ਕਲੇਰਾਂ ਤੋਂ ਆਏ, ਕਲੇਰੀ ਮਹਾਂਪੁਰਖਾਂ ਦੇ ਸਥਾਨ ਤੇ ਗਏ, ਬੱਸ ਦੇ ਵਿੱਚ ਬੈਠਿਆਂ ਸਾਰੇ ਸਿੰਘਾਂ ਨੂੰ ਪਿੱਛੇ ਭੇਜਤਾ। ਮੈਨੂੰ ਕਹਿੰਦੇ ਗੱਲ ਕਰਨੀ ਤੇਰੇ ਨਾਲ। ਮੈਂ ਕਿਹਾ ਦੱਸੋ। ਕੰਨ 'ਚ ਮੇਰੇ ਕਹਿੰਦੇ ਉਹ ਅਵਸਥਾ ਮਿਲ ਗਈ ਆ। ਮੈਂ ਕਿਹਾ ਵਧਾਈਆਂ। ਇਹ 1980 ਵਿੱਚ ਜਰਰੇ ਜਰਰੇ ਵਿੱਚ ਸਾਰੀ ਮਿੱਟੀ ਦੇ ਕਿਣਕਿਆਂ ਤੱਕ ਵੀ ਪ੍ਰਕਾਸ਼ ਹੀ ਪ੍ਰਕਾਸ਼ ਦਿਖਣ ਲੱਗ ਪਿਆ ਸੀ। ਅਵਸਥਾ ਤਾਂ ਬਹੁਤ ਵੱਡੀ ਸੀ। ਮੈਂ ਬਾਹਰਲੇ ਦੇਸ਼ਾਂ 'ਚ ਕਈ ਦੇਸ਼ਾਂ 'ਚ ਸੁਣਾਈਆਂ ਵੀ, ਲੋਕ ਮੈਨੂੰ ਮਖੌਲ ਕਰਨ ਲੱਗ ਪਏ ਉਲਟਾ। ਮੈਂ ਸੋਚਿਆ ਉਹ ਮਨਾ ਆਪਾਂ ਕਿੱਥੇ ਗਲਤ ਥਾਂ ਆ ਗਏ। ਇਹਨਾਂ ਨੂੰ ਕਾਹਨੂੰ ਦੱਸਣਾ ਸੀ ਕਮਲਿਆਂ ਨੂੰ? ਇਹਨਾਂ ਨੂੰ ਕੀ ਅਵਸਥਾ ਕੀ ਹੁੰਦੀ ਹੈ? ਇਹ ਬੰਦਗੀ ਵਾਲਿਆਂ ਨੂੰ ਦੱਸੀ ਦੀਆਂ ਚੀਜ਼ਾਂ। ਸਾਧ ਸੰਗਤ ਜੀ ਉਹ ਅਵਸਥਾ ਬਣੀ। ਫਿਰ ਮੈਂ ਕੁਐਸਚਨ ਕੀਤਾ, 1983 ਦੀ ਗੱਲ ਹੈ। ਮੈਂ ਕਿਹਾ ਤੁਸੀਂ ਕਹਿੰਦੇ ਹੋ ਜਰਰੇ ਜਰਰੇ 'ਚ ਮੈਨੂੰ ਦਿਖਦਾ, ਤੇ ਆਹ ਕੀ ਹੋ ਰਿਹਾ? ਆਹ ਜਿਹੜਾ ਕਾਰਜ ਹੋ ਰਹੇ ਨੇ। ਕਹਿੰਦੇ ਇਹ ਵੀ ਸੁਣ ਲੈ, ਜਦੋਂ ਬਖਸ਼ਿਸ਼ ਹੋਣ ਤੋਂ ਬਾਅਦ ਫਿਰ ਡਿਊਟੀ ਲੱਗਦੀ ਹੈ। ਕਹਿੰਦੇ ਜਿਵੇਂ 10ਵੇਂ ਪਾਤਸ਼ਾਹ ਤੇ ਬਖਸ਼ਿਸ਼ ਹੋਈ, ਦੁਆਇ ਤੇ ਏਕ ਰੂਪ ਹਵੈ ਗਇਓ, ਫਿਰ ਕਿਹਾ ਜਾ ਪ੍ਰਚਾਰ ਕਰ, ਦੁਸ਼ਟਾਂ ਦਾ ਨਾਸ਼ ਕਰ, ਧਰਮ ਨੂੰ ਉਬਾਰ ਨਾ ਕਰ। ਕਹਿੰਦੇ ਆ ਬਾਪੂ ਦੀ ਉਹ ਸ੍ਰੀ ਸਾਹਿਬ ਵਾਲੀ ਫੋਟੋ ਲੱਗੀ ਹੋਈ ਸੀ ਉੱਥੇ। ਕਹਿੰਦਾ ਬਾਪੂ ਕਹਿੰਦਾ ਮੈਂ ਕੁਛ ਨਹੀਂ ਕਰਦਾ, ਮੇਰੀ ਕੋਈ ਇੱਛਾ ਨਹੀਂ, ਮੈਨੂੰ ਤਾਂ ਸਾਰੇ ਉਹੀ ਦਿਖਦਾ। ਕਹਿੰਦੇ ਜਦੋਂ ਉਹ ਡਿਊਟੀ ਲਾ ਦਿੰਦੇ ਉਹ ਕਰਨੀ ਪੈਂਦੀ। ਇਸ ਕਰਕੇ ਕਈਆਂ ਦੇ ਮਨਾਂ 'ਚ ਭੁਲੇਖਾ ਹੋਣਾ। ਹੁਣ ਬਾਅਦ ਵਿੱਚ ਜਦੋਂ ਮੈਂ ਸਾਰੀ ਦੁਨੀਆ ਨੂੰ ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦਾ ਤਾਂ ਲੋਕੀ ਹੁਣ ਪਛਤਾਉਂਦੇ ਆ। ਜਿਵੇਂ ਹੁਣ ਕਈਆਂ ਦੇ ਫੋਨ ਆਏ, ਇੱਥੋਂ ਵੀ ਆਏ, ਬਾਹਰੋਂ ਵੀ ਆਏ। ਕੀ ਫੋਨ ਆਏ? ਕਹਿੰਦੇ ਅਸੀਂ ਹੰਸਾਲੀ ਵਾਲੇ ਸੰਤਾਂ ਦੇ ਦਰਸ਼ਨ ਕਰਨੇ ਸੀ, ਬੜਾ ਘਾਟਾ ਪੈ ਗਿਆ। ਤੁਹਾਨੂੰ ਮੈਂ ਇੰਨੇ ਸਾਲਾਂ ਦਾ ਦੱਸੀ ਜਾਂਦਾ, ਉਹ ਬ੍ਰਹਮ ਗਿਆਨੀ ਦੇ ਦਰਸ਼ਨ ਕਰ ਲਓ, ਬ੍ਰਹਮ ਗਿਆਨੀ ਦੇ ਦਰਸ਼ਨ ਕਰ ਲਓ, ਤੁਸੀਂ ਕੀਤੇ ਨਹੀਂ। ਧੰਨ ਧੰਨ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਚਲੇ ਗਏ ਸਾਧ ਸੰਗਤ ਛੱਡ ਕੇ ਆਪਾਂ ਨੂੰ। ਬਾਬਾ ਮੀਹਾਂ ਸਿੰਘ ਜੀ, ਸੋ ਦੂਸਰੇ ਮਹਾਂਪੁਰਖ ਸਿਉੜੇ ਵਾਲੇ ਬਾਬਾ ਬਲਵੰਤ ਸਿੰਘ ਜੀ ਚਲੇ ਗਏ। ਫਿਰ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੇ ਚਲੇ ਗਏ। ਇੱਕੋ ਸਾਲ ਦੇ ਵਿੱਚ 5 ਮਹਾਂਪੁਰਖ ਚਲੇ ਗਏ ਸੰਸਾਰ ਤੋਂ। 5 ਥੰਮ ਡਿੱਗ ਪਏ। ਸਾਧ ਸੰਗਤ ਜੀ ਮਹਾਂਪੁਰਖਾਂ ਕੋਏ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ, ਥੰਮੈ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਜੇ ਧਰਤੀ ਖੜੀ ਹੈ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਹੁਣ ਤੁਸੀਂ ਦੇਖ ਲਓ ਧਰਤੀ ਐ ਕਿਉਂ ਕਰਦੀ ਹੈ ਕਿ ਉਹ 5 ਬਾਣੀਆਂ ਨਹੀਂ ਤੁਸੀਂ ਪੜ੍ਹ ਸਕਦੇ, ਉਹ ਤੁਸੀਂ ਰਹਿ ਰਾਸ ਨਹੀਂ ਪੜ੍ਹ ਸਕਦੇ, ਉਹ ਤੁਸੀਂ 16 ਨਹੀਂ ਪੜ੍ਹ ਕੇ ਸੌਂਦੇ, ਉਹ ਤੁਸੀਂ ਮੱਥਾ ਨਹੀਂ ਟੇਕਣ ਜਾਂਦੇ ਗੁਰਦੁਆਰਾ ਸਾਹਿਬ, ਉਹ ਕੰਗਾ ਦੋਨੋਂ ਵਕਤ ਕਰੀ ਪਾਗ ਚੁਨੇ ਕਰ ਬੰਦਈ, ਉਹ ਦਾਤਣ ਨੀਤ ਕਰੈ ਨਹਿ ਦੁੱਖ ਪਾਵੈ ਲਾਲ। ਜੇ ਉਹ ਦਾਤਣ ਨਹੀਂ ਤੁਸੀਂ ਥੋੜੇ ਕੋਈ ਕਰਦੇ ਹੋ, ਤੁਸੀਂ ਬ੍ਰਸ਼ ਵੀ ਨਹੀਂ ਕਰਦੇ, ਕਈ ਥੋੜੇ ਕਈ ਨਹਾਉਂਦੇ ਨਹੀਂ, ਕਈ ਉਹ ਪੱਗ ਨੂੰ ਨਹੀਂ ਚੁਣ ਕੇ ਬੰਨ ਸਕਦੇ, ਹੋਰ ਤੁਸੀਂ ਕੀ ਕਰਨਾ?
5 ਕਕਾਰ ਨਹੀਂ ਤੁਸੀਂ ਪਾ ਸਕਦੇ, ਉਹ ਤੁਸੀਂ ਅੰਮ੍ਰਿਤ ਨਹੀਂ ਛਕ ਸਕਦੇ। ਤੁਹਾਨੂੰ ਇਹ ਤਾਂ ਨਹੀਂ ਕਿਹਾ ਵੀ ਸਰਬੰਸ ਦਾਨ ਕਰੋ, ਤੁਹਾਨੂੰ ਇਹ ਕਿਹਾ ਵੀ ਸਰਬੰਸ ਦਾਨ ਕਰੋ, ਤੁਹਾਨੂੰ ਇਹ ਤਾਂ ਨਹੀਂ ਕਿਹਾ ਵੀ ਆਪਣੀ ਇੱਕ ਉਂਗਲ ਵਢਾ ਲਓ ਭਾਈ। ਇੰਨਾ ਹੀ ਕਿਹਾ ਸੀ ਮਿੱਠਾ ਮਿੱਠਾ ਅੰਮ੍ਰਿਤ ਛਕ ਲਓ, ਮਿੱਠਾ ਮਿੱਠਾ ਕੜਾਹ ਪ੍ਰਸ਼ਾਦ ਛਕ ਲਓ। 5 ਕਕਾਰ